ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਤੁਹਾਡੀ ਲਾਜ਼ਮੀ ਪੰਜਾਬੀ ਦੀ ਜਿਹੜੀ ਕਿਤਾਬ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਟੈਕਸਟ ਬੁੱਕ ਹੈ, ਇਸ ਕਿਤਾਬ ਦੇ ਵਿੱਚ ਜਿਹੜੀਆਂ ਤੁਹਾਡੇ ਕੋਲ ਕਥਾਵਾਂ ਨੇ ਉਹਨਾਂ ਦੇ ਵਿੱਚ ਪਰੀ ਕਥਾਵਾਂ ਦਾ ਅਹਿਮ ਸਥਾਨ ਹੈ। ਜਿਵੇਂ ਕਿ ਪਰੀ ਕਥਾਵਾਂ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਪਰੀ ਕਥਾਵਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕਲਪਨਾ ਦੇ ਮਹਿਲ ਉਸਾਰੇ ਜਾਂਦੇ ਨੇ, ਪਸ਼ੂ ਪੰਛੀ ਬੋਲਦੇ ਨੇ, ਅਸੰਭਵ ਚੀਜ਼ਾਂ ਸੰਭਵ ਹੋ ਜਾਂਦੀਆਂ ਨੇ ਅਤੇ ਤਰੰਗੀ ਕਲਪਨਾ ਜਿਹੜੀ ਫੈਂਸੀ ਹੁੰਦੀ ਹੈ ਉਹ ਪੂਰੀ ਤਰ੍ਹਾਂ ਨਾਲ ਇਹਨਾਂ 'ਤੇ ਹਾਵੀ ਹੁੰਦੀ ਹੈ। ਪਰੀ ਕਥਾਵਾਂ ਵਿੱਚ ਵੱਖ-ਵੱਖ ਪਾਤਰ ਜਿਹੜੇ ਹੁੰਦੇ ਨੇ ਉਹ ਕੁਝ ਨਿਸ਼ਾਨੇ ਮਿੱਥਦੇ ਨੇ, ਸੁਪਨ ਲੋਕ ਦੇ ਵਿੱਚ ਰਹਿੰਦੇ ਨੇ, ਬਹੁਤ ਸਾਰੀਆਂ ਮੁਸ਼ਕਲਾਂ ਨੂੰ ਝੱਲਦੇ ਨੇ ਅਤੇ ਅੰਤ ਦੇ ਵਿੱਚ ਇਹ ਸੁਖਾਂਤ ਪ੍ਰਭਾਵ ਛੱਡ ਕੇ ਜਾਂਦੀਆਂ, ਭਾਵ ਇਹਨਾਂ ਦਾ ਅੰਤ ਜਿਹੜਾ ਸੁਖਾਵਾਂ ਹੁੰਦਾ। ਨੀਲ ਕਮਲ ਅਤੇ ਸਬਜ਼ ਪਰੀ ਤੁਹਾਡੀਆਂ ਮੁੱਖ ਪਰੀ ਕਥਾਵਾਂ ਨੇ ਇਸ ਕਿਤਾਬ ਵਿੱਚ। ਅਤੇ ਹੁਣ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਪਰੀ ਕਥਾ ਸਬਜ਼ ਪਰੀ ਬਾਰੇ ਵਿਚਾਰ ਚਰਚਾ ਕਰਾਂਗੇ। ਸਬਜ਼ ਪਰੀ ਇੱਕ ਪਰੀ ਕਥਾ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਭਾਗ 11 ਦੇ ਵਿੱਚ ਦਰਜ ਹੈ। ਇਸ ਵਿੱਚ ਕਲਪਨਾ ਪ੍ਰਧਾਨ ਹੈ। ਕਥਾ ਵਿੱਚ ਜ਼ਿਕਰ ਮਿਲਦਾ ਹੈ ਕਿ ਇੱਕ ਰਾਜੇ ਦੇ 3 ਪੁੱਤਰ ਸਨ। 2 ਪੁੱਤਰ ਵਿਆਹੇ ਸੀ, ਤੀਜਾ ਕੁਆਰਾ ਸੀ। ਉਸ ਦਾ ਨਾਮ ਮੀਰਜ਼ਾਦਾ ਸੀ। ਉਸ ਦੀਆਂ ਭਰਜਾਈਆਂ ਨੇ ਉਹਨੂੰ ਇੱਕ ਮਿਹਣਾ ਮਾਰਿਆ ਸੀ ਕਿ ਜਦੋਂ ਤੂੰ ਸਬਜ਼ ਪਰੀ ਵਿਆਹ ਕੇ ਲਿਆਏਂਗਾ ਤਾਂ ਤੈਨੂੰ ਦੇਖਾਂਗੇ। ਅਤੇ ਮੀਰਜ਼ਾਦਾ ਵੀ ਫਿਰ ਇਹ ਜ਼ਿੱਦ ਜਿਹੜੀ ਆ ਉਹ ਪੂਰੀ ਕਰਨ ਲਈ, ਜਿਵੇਂ ਰਾਂਝੇ ਨੂੰ ਤਾਨਾ ਮਾਰਿਆ ਗਿਆ ਸੀ ਉਸੇ ਤਰੀਕੇ ਨਾਲ ਮੀਰਜ਼ਾਦਾ ਸਬਜ਼ ਪਰੀ ਨੂੰ ਵਿਆਹੁਣ ਦਾ ਹੱਠ ਜਿਹੜਾ ਸੀ ਉਹ ਧਾਰਨ ਕਰ ਲੈਂਦਾ। ਮੀਰਜ਼ਾਦਾ ਘੋੜੇ 'ਤੇ ਬਹਿੰਦਾ ਅਤੇ ਸਬਜ਼ ਪਰੀ ਦੀ ਭਾਲ ਦੇ ਵਿੱਚ ਤੁਰ ਜਾਂਦਾ। ਤੁਰਦਿਆਂ ਤੁਰਦਿਆਂ ਉਹ ਜੰਗਲ ਵਿੱਚ ਪਹੁੰਚ ਜਾਂਦਾ। ਰੁੱਖ ਹੇਠਾਂ ਆਰਾਮ ਕਰਨ ਬੈਠਦਾ। ਸੱਪ ਇੱਕ ਫੁੰਕਾਰਾ ਮਾਰਦਾ। ਮੀਰਜ਼ਾਦਾ ਸੱਪ ਨੂੰ ਮਾਰ ਦਿੰਦਾ ਅਤੇ ਉਸ ਰੁੱਖ ਦੇ ਉੱਤੇ ਹੰਸ ਅਤੇ ਹੰਸਣੀ ਦਾ ਜੋੜਾ ਜਿਹੜਾ ਹੈ ਉਹ ਸੱਪ ਤੋਂ ਡਰਿਆ ਬੈਠਾ ਹੁੰਦਾ। ਉਹਨੂੰ ਡਰ ਹੁੰਦਾ ਕਿਤੇ ਸੱਪ ਸਾਡੇ ਬੱਚਿਆਂ ਨੂੰ ਖਾ ਨਾ ਜਾਵੇ। ਅਤੇ ਜਦੋਂ ਮੀਰਜ਼ਾਦੇ ਦੇ ਹੱਥੋਂ ਸੱਪ ਨੂੰ ਮਰਿਆਂ ਦੇਖਦੇ ਆ ਤਾਂ ਉਹ ਮੀਰਜ਼ਾਦੇ 'ਤੇ ਖੁਸ਼ ਹੋ ਜਾਂਦੇ ਆ। ਮੀਰਜ਼ਾਦੇ ਨੂੰ ਉਹਦੇ ਦਿਲ ਦੀ ਗੱਲ ਪੁੱਛਦੇ ਆ। ਮੀਰਜ਼ਾਦਾ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਗੱਲ ਦੱਸ ਦਿੰਦਾ ਅਤੇ ਹੰਸ ਅਤੇ ਹੰਸਣੀ ਸਬਜ਼ ਪਰੀ ਦੇ ਦੇਸ਼ ਦਾ ਪਤਾ ਮੀਰਜ਼ਾਦੇ ਨੂੰ ਦੱਸ ਦਿੰਦੇ ਨੇ। ਕਈ ਵਾਰ ਉੱਡਦਿਆਂ ਉੱਡਦਿਆਂ ਉਹ ਦੱਸਦੇ ਹਨ ਕਿ ਉਸ ਪਾਸੇ ਗਏ ਹਨ ਅਤੇ ਹੰਸ ਕਹਿੰਦਾ ਕਿ ਮੈਂ ਤੈਨੂੰ ਆਪਣੇ ਖੰਭਾਂ ਉੱਤੇ ਬਿਠਾ ਕੇ ਸਬਜ਼ ਪਰੀ ਦੇ ਦੇਸ਼ ਲੈ ਜਾਵਾਂਗਾ। ਹੰਸ ਕਿਉਂ ਕਹਿੰਦਾ? ਕਿਉਂਕਿ ਉਹਨੂੰ ਲੱਗਦਾ ਕਿ ਮੀਰਜ਼ਾਦੇ ਨੇ ਸੱਪ ਨੂੰ ਮਾਰ ਕੇ ਉਹਦੇ ਪਰਿਵਾਰ ਨੂੰ, ਭਾਵ ਹੰਸ ਦੇ ਬੱਚਿਆਂ ਨੂੰ ਬਚਾ ਲਿਆ ਹੋਇਆ। ਅਗਲੇ ਦਿਨ ਜਿਹੜਾ ਹੰਸ ਹੈ ਆਪਣੇ ਖੰਭਾਂ 'ਤੇ ਬਿਠਾ ਕੇ ਸਬਜ਼ ਪਰੀ ਦੇ ਦੇਸ਼ ਵੱਲ ਨੂੰ ਉੱਡ ਜਾਂਦਾ। ਲੰਮੀ ਉਡਾਰੀ ਤੋਂ ਬਾਅਦ ਉਹ ਸਬਜ਼ ਪਰੀ ਦੇ ਦੇਸ਼ ਵਿੱਚ ਪਹੁੰਚ ਜਾਂਦੇ ਨੇ। ਇੱਕ ਰੁੱਖ ਥੱਲੇ ਮੀਰਜ਼ਾਦੇ ਨੂੰ ਉਤਾਰ ਦਿੱਤਾ ਜਾਂਦਾ ਹੈ। ਉਹ ਆਰਾਮ ਕਰਦਾ ਅਤੇ ਜਿਹੜਾ ਹੰਸ ਹੈ ਉਹ ਆਲੇ ਦੁਆਲੇ ਉਡਾਰੀਆਂ ਮਾਰਦਾ ਦੇਖਦਾ ਕਿ ਇੱਕ ਜਗ੍ਹਾ ਪਰੀਆਂ ਜਿਹੜੀਆਂ ਨੇ ਉਹ ਖੰਭ ਆਪਣੇ ਦਰਿਆ ਕਿਨਾਰੇ ਉੱਤੇ ਖਿਲਾਰ ਕੇ ਅਤੇ ਇਸ਼ਨਾਨ ਕਰ ਰਹੀਆਂ ਹੁੰਦੀਆਂ ਨੇ। ਹੰਸ ਮੀਰਜ਼ਾਦੇ ਨੂੰ ਕਹਿੰਦਾ ਹੈ ਕਿ ਤੂੰ ਇਹ ਪਰੀਆਂ ਦੇ ਖੰਭ ਜਿਹੜੇ ਆ ਉਹ ਚੁੱਕ ਲੈ ਅਤੇ ਇਹਨਾਂ ਨੂੰ ਸਿਰਫ ਇਸ ਸ਼ਰਤ 'ਤੇ ਵਾਪਸ ਦੇਈਂ ਕਿ ਉਹ ਵਾਪਸ ਮਹਿਲ ਵਿੱਚ ਜਾ ਕੇ ਮੀਰਜ਼ਾਦੇ ਦੇ ਲਈ ਸਬਜ਼ ਪਰੀ ਨੂੰ ਮਨਾਉਣਗੀਆਂ ਕਿ ਉਹ ਉਹਦੇ ਨਾਲ ਵਿਆਹ ਕਰਵਾ ਲਵੇ। ਮੀਰਜ਼ਾਦਾ ਸੋਚੀ ਸਮਝੀ ਸਕੀਮ ਦੇ ਅਨੁਸਾਰ ਉਹੀ ਕਾਰਵਾਈ ਕਰ ਦਿੰਦਾ। ਇੱਕ ਪਰੀ ਨੂੰ ਖੰਭ ਵਾਪਸ ਦੇ ਦਿੱਤੇ ਜਾਂਦੇ ਨੇ। ਜਦੋਂ ਮੰਨ ਜਾਂਦੀ ਹੈ ਕਿ ਹਾਂ ਮੈਂ ਸਬਜ਼ ਪਰੀ ਨੂੰ ਮਨਾਵਾਂਗੀ, ਸਬਜ਼ ਪਰੀ ਬੜੀ ਹੈਰਾਨ ਹੁੰਦੀ ਹੈ ਉਸ ਪਰੀ ਦੀ ਗੱਲ ਸੁਣ ਕੇ ਵੀ ਇੰਨੀ ਦੂਰ ਕੋਈ ਲੜਕਾ ਕਿਵੇਂ ਆ ਗਿਆ। ਉਹ ਉਸੇ ਵੇਲੇ ਉਸ ਥਾਂ 'ਤੇ ਪਹੁੰਚਦੀ ਹੈ ਜਿੱਥੇ ਮੀਰਜ਼ਾਦਾ ਹੁੰਦਾ। ਮੀਰਜ਼ਾਦੇ ਨੂੰ ਮਿਲ ਕੇ ਸਬਜ਼ ਪਰੀ ਖੁਸ਼ ਹੁੰਦੀ ਹੈ, ਵਿਆਹ ਕਰਾਉਣ ਲਈ ਰਾਜ਼ੀ ਹੋ ਜਾਂਦੀ ਹੈ। ਉਹ ਪਰੀਆਂ ਵਾਲਾ ਲਿਬਾਸ ਬਦਲ ਲੈਂਦੀ ਹੈ, ਮਨੁੱਖੀ ਜਾਮੇ ਵਿੱਚ ਆ ਜਾਂਦੀ ਹੈ। ਪਰ ਮਨੁੱਖੀ ਜਾਮੇ ਵਿੱਚ ਆਉਣ ਕਰਕੇ ਉਹ ਪਹਿਲਾਂ ਵਾਂਗ ਉੱਡਣ ਦੀ ਸ਼ਕਤੀ ਗਵਾ ਬੈਂਦੀ ਹੈ। ਹੰਸ ਮੀਰਜ਼ਾਦੇ ਨੂੰ ਲੈ ਤਾਂ ਆਇਆ ਸੀ ਲੇਕਿਨ ਉਹ ਦੋਨਾਂ ਨੂੰ ਆਪਣੇ ਖੰਭਾਂ 'ਤੇ ਬਿਠਾ ਕੇ ਲਿਜਾਣਾ ਉਹਦੇ ਵੱਸ ਵਿੱਚ ਨਹੀਂ। ਸੋ ਕੀ ਹੁੰਦਾ ਕਿ ਜਿਹੜਾ ਮੀਰਜ਼ਾਦਾ ਅਤੇ ਜਿਹੜੀ ਸਬਜ਼ ਪਰੀ ਹੈ ਉਹ ਸਮੁੰਦਰ ਦੇ ਰਸਤੇ ਮੀਰਜ਼ਾਦੇ ਦੇ ਦੇਸ਼ ਵੱਲ ਨੂੰ ਤੁਰ ਪੈਂਦੇ ਨੇ। ਹੰਸ ਉੱਪਰ ਉੱਡਣਾ ਸ਼ੁਰੂ ਕਰ ਦਿੰਦਾ। ਅਚਾਨਕ ਇੱਕ ਦਿਨ ਬਹੁਤ ਤੇਜ਼ ਤੂਫਾਨ ਆਉਂਦਾ ਜਿਹੜਾ ਕਿ ਉਹਨਾਂ ਤਿੰਨਾਂ ਨੂੰ ਵਿਛੋੜ ਦਿੰਦਾ। ਉਹ ਅਲੱਗ-ਅਲੱਗ
ਇਲਾਕਿਆਂ ਵਿੱਚ ਚਲੇ ਜਾਂਦੇ ਨੇ ਤੇ ਇੱਕ ਦੂਜੇ ਤੋਂ ਵਿਛੜ ਜਾਂਦੇ ਨੇ। ਵਿਛੜੀ ਹੋਈ ਸਬਜ਼ ਪਰੀ ਦੇ ਉੱਤੇ ਜਿਸ ਦੇਸ਼ ਉਹ ਜਾਂਦੀ ਹੈ ਉਸ ਦੇਸ਼ ਦੇ ਰਾਜੇ ਦਾ ਦਿਲ ਆ ਜਾਂਦਾ ਹੈ, ਪਰ ਸਬਜ਼ ਪਰੀ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੰਦੀ ਹੈ। ਉਹਦੀ ਬੇਨਤੀ ਸੁਣ ਕੇ ਰਾਜਾ ਉਹਨੂੰ ਵੱਖਰੇ ਮਹਿਲ ਦੇ ਵਿੱਚ 1 ਸਾਲ ਸੋਚਣ ਦਾ ਮੌਕਾ ਦੇ ਦਿੰਦਾ ਹੈ ਅਤੇ ਨੌਕਰ ਚਾਕਰਾਂ ਨੂੰ ਉਹਦੀ ਸੇਵਾ ਉੱਤੇ ਲਾ ਦਿੰਦਾ ਹੈ। ਉੱਧਰ ਹੰਸ ਜਿਹੜਾ ਹੈ ਉਹ ਦੋਨਾਂ ਨੂੰ ਲੱਭਣ ਦਾ ਤਹਈਆ ਕਰ ਬੈਠਦਾ। ਨਾਲ ਦੇ ਮਹਿਲ ਵਿੱਚ ਕੈਦ ਜਿਹੜੀ ਸਬਜ਼ ਪਰੀ ਹੈ ਉਹ ਰੋਜ਼ ਪੰਛੀਆਂ ਨੂੰ ਚੋਗਾ ਪਾਉਂਦੀ ਹੈ, ਸੁੱਚੇ ਮੋਤੀ ਖਿਲਾਰਦੀ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜਾ ਹੰਸ ਹੈ ਸੁੱਚੇ ਮੋਤੀ ਖਾਂਦਾ ਹੈ। ਪੰਛੀ ਦੂਰੋਂ ਦੂਰੋਂ ਆਉਂਦੇ, ਦੂਰ ਦੂਰ ਤੱਕ ਇਹ ਖਬਰ ਫੈਲ ਜਾਂਦੀ ਹੈ ਅਤੇ ਅਚਾਨਕ ਪੰਛੀਆਂ ਦੀਆਂ ਗੱਲਾਂ ਸੁਣ ਕੇ ਇੱਕ ਦਿਨ ਹੰਸ ਵੀ ਆਉਂਦਾ, ਆਪਣੀ ਭੁੱਖ ਮਿਟਾਉਣ ਲਈ ਸੁੱਚੇ ਮੋਤੀ ਖਾਂਦਾ। ਸਬਜ਼ ਪਰੀ ਹੰਸ ਨੂੰ ਪਛਾਣ ਲੈਂਦੀ ਹੈ ਅਤੇ ਉਹ ਦੋਨੋਂ ਮਿਲ ਕੇ ਮੀਰਜ਼ਾਦੇ ਨੂੰ ਲੱਭਣ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ। ਹੰਸ ਰੋਜ਼ ਉੱਡਦਾ, ਦੂਰ ਤੱਕ ਜਾਂਦਾ, ਪਰ ਹਰ ਰੋਜ਼ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ। ਉੱਧਰ ਜਿਹੜਾ ਮੀਰਜ਼ਾਦਾ ਹੈ ਉਹ ਇੱਕ ਭਠਿਆਰਨ ਦੇ ਘਰ, ਭੱਠੀ ਵਾਲੀ ਦੇ ਘਰ ਪੁੱਜਦਾ। ਉਹ ਉਹਨੂੰ ਖਾਣ ਨੂੰ ਕੁਝ ਦੇ ਦਿੰਦੀ ਹੈ ਅਤੇ ਉਹ ਲੱਕੜਾਂ ਜਿਹੜੀਆਂ ਉਹਦੇ ਬਦਲੇ ਵਿੱਚ ਜੰਗਲ 'ਚੋਂ ਕੱਟ ਕੇ ਉਸ ਭਠਿਆਰਨ ਨੂੰ ਲਿਆ ਕੇ ਦਿੰਦਾ। ਰੋਜ਼ ਉਹ ਤੜਫਦਾ। ਅਚਾਨਕ ਇੱਕ ਦਿਨ ਹੰਸ ਉਹਨੂੰ ਮਿਲ ਪੈਂਦਾ। ਦੋਨੇ ਇੱਕ ਦੂਜੇ ਨੂੰ ਪਛਾਣ ਲੈਂਦੇ ਨੇ। ਹੰਸ ਉਹਨੂੰ ਚੁੱਕ ਕੇ ਸਬਜ਼ ਪਰੀ ਦੀ ਗੱਲ ਸੁਣਾਉਂਦਾ ਅਤੇ ਚੁੱਕ ਕੇ ਉਹਦੇ ਸਾਹਮਣੇ ਲੈ ਆਉਂਦਾ। ਹੰਸ ਦੀ ਮਦਦ ਦੇ ਨਾਲ ਮੀਰਜ਼ਾਦਾ ਅਤੇ ਸਬਜ਼ ਪਰੀ ਰਾਤ ਨੂੰ ਮਹਿਲ 'ਚੋਂ ਚੋਰੀ ਨਿਕਲ ਜਾਂਦੇ ਨੇ। ਆਪਣੇ ਸ਼ਹਿਰ ਦੇ ਨੇੜੇ ਜਦੋਂ ਪਹੁੰਚਣ ਲੱਗਦੇ ਨੇ ਤਾਂ ਮੀਰਜ਼ਾਦਾ ਹੰਸ ਨੂੰ ਅੱਗੋਂ ਭੇਜ ਦਿੰਦਾ ਕਿ ਆਪਣੇ ਪਿਤਾ ਨੂੰ ਸੁਨੇਹਾ ਦਿਵਾਉਣਾ ਚਾਹੁੰਦਾ ਹੈ ਕਿ ਉਹ ਸਵਾਗਤ ਦਾ ਪ੍ਰਬੰਧ ਕਰੇ। ਮੀਰਜ਼ਾਦਾ ਸਬਜ਼ ਪਰੀ ਨੂੰ ਲੈ ਕੇ ਮਹਿਲਾਂ ਵਿੱਚ ਆ ਰਿਹਾ ਹੈ। ਮੀਰਜ਼ਾਦਾ ਔਰ ਸਬਜ਼ ਪਰੀ ਬਾਗ ਵਿੱਚ ਆਰਾਮ ਕਰਨ ਲੱਗਦੇ ਨੇ। ਸਬਜ਼ ਪਰੀ ਨੂੰ ਪਿਆਸ ਲੱਗੀ ਹੁੰਦੀ ਹੈ, ਉਹ ਖੂਹ ਤੋਂ ਪਾਣੀ ਪੀਣ ਲੱਗਦੀ ਹੈ। ਉੱਥੇ ਇੱਕ ਮਾਲਣ ਰਹਿੰਦੀ ਹੈ। ਮਾਲਣ ਬੜੀ ਚਲਾਕ ਹੈ। ਉਸਨੇ ਸਬਜ਼ ਪਰੀ ਨੂੰ ਉਹ ਪੁੱਛਦੀ ਹੈ ਕਿ ਤੂੰ ਕੌਣ ਹੈ। ਸਬਜ਼ ਪਰੀ ਉਸ ਨੂੰ ਦੱਸਦੀ ਹੈ ਮੀਰਜ਼ਾਦੇ ਦੀ ਪਤਨੀ ਹੋਣ ਦੀ ਗੱਲ ਜਦੋਂ ਕਹਿੰਦੀ ਹੈ, ਅਤੇ ਮਾਲਣ ਉਸ ਦੇ ਖਿਲਾਫ ਇੱਕ ਸਾਜ਼ਿਸ਼ ਰਚਦੀ ਹੈ। ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਬੇਫਿਕਰ ਹੋ ਕੇ ਨਹਾ ਧੋ ਲੈ, ਇੱਧਰ ਕੋਈ ਵੀ ਨਹੀਂ ਆਉਂਦਾ। ਜਦੋਂ ਸਬਜ਼ ਪਰੀ ਇਸ਼ਨਾਨ ਕਰਨ ਲੱਗਦੀ ਹੈ ਅਤੇ ਮਾਲਣ ਉਹਨੂੰ ਖੂਹ ਵਿੱਚ ਧੱਕਾ ਦੇ ਕੇ ਉਹਦਾ ਲਿਬਾਸ ਆਪ ਪਹਿਨ ਕੇ ਅਤੇ ਫਿਰ ਮੀਰਜ਼ਾਦੇ ਕੋਲ ਚਲੀ ਜਾਂਦੀ ਹੈ। ਮੀਰਜ਼ਾਦਾ ਉਹਦੇ ਨੈਣ ਨਕਸ਼ ਦੇਖ ਕੇ ਬੜਾ ਹੈਰਾਨ ਹੁੰਦਾ, ਪਰ ਮਾਲਣ ਉਹਨੂੰ ਕਹਿੰਦੀ ਹੈ ਕਿ ਕਿਸੇ ਸੱਪ ਨੇ ਉਸ ਨੂੰ ਡੱਸ ਲਿਆ, ਜਿਸ ਕਰਕੇ ਉਸ ਨੂੰ ਜ਼ਹਿਰ ਚੜ੍ਹ ਗਿਆ। ਉਸ ਜ਼ਹਿਰ ਨਾਲ ਉਹਦਾ ਰੰਗ ਕਾਲਾ ਹੋ ਗਿਆ ਅਤੇ ਥੋੜ੍ਹੇ ਚਿਰ ਪਿੱਛੋਂ ਆਪੇ ਹੀ ਉਹ ਠੀਕ ਹੋ ਜਾਏਗਾ। ਇਹ ਬਹਾਨਾ ਲਾ ਦਿੰਦੀ ਹੈ ਮਾਲਣ ਮੀਰਜ਼ਾਦੇ ਨੂੰ। ਹੰਸ ਦੇ ਸੁਨੇਹਾ ਮਿਲਣ ਤੋਂ ਬਾਅਦ ਮੀਰਜ਼ਾਦੇ ਦਾ ਪਿਓ ਨੂੰਹ ਅਤੇ ਪੁੱਤ ਨੂੰ ਲੈਣ ਵਾਸਤੇ ਅੱਗੋਂ ਆ ਜਾਂਦਾ। ਸਜੀ ਫਵੀ ਹੋਈ ਸਬਜ਼ ਪਰੀ ਦਾ ਸ਼ਕਲ ਧਾਰਨ ਕਰਨ ਵਾਲੀ ਮਾਲਣ ਤੋਂ ਬਾਕੀ ਸਾਰੇ ਖੁਸ਼ ਨੇ, ਲੇਕਿਨ ਮੀਰਜ਼ਾਦਾ ਉਦਾਸ ਹੈ। ਦਿਨ ਲੰਘੀ ਜਾਂਦੇ ਨੇ। ਮੀਰਜ਼ਾਦਾ ਬਾਗ ਦੇ ਖੂਹ ਨੇੜੇ ਜਦੋਂ ਘੁੰਮਣ ਜਾਂਦਾ ਅਤੇ ਉੱਥੇ ਉਹਨੂੰ ਇੱਕ ਸੱਪ ਨਜ਼ਰ ਆਉਂਦਾ। ਮੀਰਜ਼ਾਦੇ ਨੂੰ ਲੱਗਦਾ ਕਿ ਇਸ ਸੱਪ ਨੇ ਡੰਗ ਕੇ ਸਬਜ਼ ਪਰੀ ਨੂੰ ਕਾਲਿਆਂ ਕਰ ਦਿੱਤਾ। ਉਹ ਤੇਜ਼ੀ ਨਾਲ ਖੂਹ ਵੱਲ ਚਲਾ ਜਾਂਦਾ ਹੈ। ਮੀਰਜ਼ਾਦਾ ਜਦੋਂ ਖੂਹ ਕੋਲ ਪੁੱਜਦਾ ਤਾਂ ਉਸ ਨੂੰ ਖੂਹ ਵਿੱਚ ਇੱਕ ਬੜਾ ਸੁੰਦਰ ਫੁੱਲ ਨਜ਼ਰ ਆਉਂਦਾ। ਮੀਰਜ਼ਾਦਾ ਫੁੱਲ ਨੂੰ ਤੋੜਨ ਲਈ ਹੱਥ ਵਧਾਉਂਦਾ ਅਤੇ ਫੁੱਲ ਨੀਵਾਂ ਹੋ ਜਾਂਦਾ। ਮੀਰਜ਼ਾਦਾ ਹਾਰ ਕੇ ਜਦੋਂ ਵਾਪਸ ਜਾਣ ਲੱਗਦਾ ਤਾਂ ਫੁੱਲ ਆਪਣੇ ਆਪ ਉਸਦੇ ਹੱਥ ਵਿੱਚ ਆ ਜਾਂਦਾ। ਮੀਰਜ਼ਾਦਾ ਫੁੱਲ ਲੈ ਕੇ ਆਪਣੇ ਮਹਿਲਾਂ ਵਿੱਚ ਆ ਜਾਂਦਾ। ਜਦੋਂ ਮਾਲਣ ਨੇ ਇਹ ਕੌਤਕ ਉਹ ਮਾਲਣ ਦੇਖਦੀ ਹੈ ਤਾਂ ਉਹ ਸਮਝ ਜਾਂਦੀ ਹੈ ਕਿ ਇਹ ਸਬਜ਼ ਪਰੀ ਦਾ ਹੀ ਕੌਤਕ ਹੋ ਸਕਦਾ। ਉਹ ਫਫੇ ਕੁੱਟਣੀਆਂ ਵਾਂਗ ਮੀਰਜ਼ਾਦੇ ਨੂੰ ਕਹਿੰਦੀ ਹੈ ਕਿ ਫੁੱਲ ਨੂੰ ਤੋੜ ਦੇਵੇ। ਇਹ ਫੁੱਲ ਨੈਸ਼ ਹੈ, ਇਹਨੂੰ ਮਰੋੜ ਕੇ ਦੂਰ ਜੰਗਲ ਵਿੱਚ ਸੁੱਟ ਆਵੇ। ਅਤੇ ਮੀਰਜ਼ਾਦਾ ਉਹਦੇ ਆਖੇ ਲੱਗ ਕੇ ਉਹੀ ਕਾਰਵਾਈ ਕਰ ਦਿੰਦਾ। ਕੁਝ ਸਮੇਂ ਬਾਅਦ ਜਦੋਂ ਮੀਰਜ਼ਾਦਾ ਸ਼ਿਕਾਰ ਖੇਡਦਾ ਜੰਗਲ ਦੇ ਉਸ ਪਾਸੇ ਜਾਂਦਾ ਜਿੱਥੇ ਉਸਨੇ ਫੁੱਲ ਮਰੋੜ ਕੇ ਸੁੱਟਿਆ ਹੁੰਦਾ, ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਕਿ ਫੁੱਲਾਂ ਦਾ ਬੜਾ ਖੂਬਸੂਰਤ ਬਾਗ ਉੱਥੇ ਲੱਗਿਆ ਹੁੰਦਾ ਅਤੇ ਨਾਚ ਗਾਣ ਹੋ ਰਿਹਾ ਹੁੰਦਾ। ਉਹ ਉਸ ਆਵਾਜ਼ ਵਾਲੇ ਪਾਸੇ ਨੂੰ ਜਾਂਦਾ ਜਿੱਥੇ ਬਹੁਤ ਸਾਰੀਆਂ ਪਰੀਆਂ ਨੱਚ ਰਹੀਆਂ ਹੁੰਦੀਆਂ ਨੇ। ਉਹਨਾਂ ਵਿੱਚੋਂ ਇੱਕ ਪਰੀ ਦੀ ਆਵਾਜ਼ ਸੁਣਾਈ ਦਿੰਦੀ ਹੈ ਕਿ ਸਖੀਓ, ਜਾਣ ਤੋਂ ਪਹਿਲਾਂ ਮੇਰੀ ਇੱਕ ਨਸੀਹਤ ਲੈ ਕੇ ਜਾਇਓ, ਕਦੇ ਵੀ ਆਦਮਜ਼ਾਤ 'ਤੇ ਭਰੋਸਾ ਨਾ ਕਰਿਓ, ਇਹਨਾਂ ਨਾਲ ਕਦੇ ਪਿਆਰ ਨਾ ਪਾਇਓ, ਇਹ ਬੜੇ ਧੋਖੇਬਾਜ਼ ਹੁੰਦੇ ਨੇ। ਮੀਰਜ਼ਾਦਾ ਆਵਾਜ਼ ਪਛਾਣ ਲੈਂਦਾ। ਇਹ ਆਵਾਜ਼ ਸਬਜ਼ ਪਰੀ ਦੀ ਹੁੰਦੀ ਹੈ। ਉਹ ਦੌੜ ਕੇ ਉਸ ਕੋਲ ਜਾਂਦਾ ਅਤੇ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਕੋਲ, ਤੂੰ ਇੱਥੇ ਹੈ
ਤੇ ਮੇਰੇ ਕੋਲ ਕੌਣ ਰਹਿ ਰਿਹਾ ਹੈ। ਸਬਜ਼ ਪਰੀ ਕਹਿੰਦੀ ਹੈ ਕਿ ਮੈਂ ਤੇਰੇ ਪਿੱਛੇ ਆਪਣਾ ਦੇਸ਼ ਅਤੇ ਸੁੱਖ ਚੈਨ ਛੱਡਿਆ, ਪਰ ਤੂੰ ਮਾਲਣ ਅਤੇ ਸਬਜ਼ ਪਰੀ ਵਿੱਚ ਫਰਕ ਹੀ ਨਾ ਸਮਝ ਸਕਿਆ। ਮੈਂ ਫੁੱਲ ਬਣ ਕੇ ਤੇਰੇ ਕੋਲ ਆਈ, ਪਰ ਤੂੰ ਮੈਨੂੰ ਤੋੜ ਮਰੋੜ ਕੇ ਬਾਹਰ ਸੁੱਟ ਦਿੱਤਾ। ਇਹ ਕਹਿੰਦਿਆਂ ਸਬਜ਼ ਪਰੀ ਨੇ ਆਪਣੀ ਦੁੱਖ ਭਰੀ ਸਾਰੀ ਕਹਾਣੀ ਜਿਹੜੀ ਹੈ ਉਹ ਮੀਰਜ਼ਾਦੇ ਨੂੰ ਸੁਣਾਈ। ਉਸੇ ਵੇਲੇ ਸਬਜ਼ ਪਰੀ ਨੂੰ ਉਹ ਮਹਿਲਾਂ ਵਿੱਚ ਲੈ ਆਇਆ, ਮਾਲਣ ਨੂੰ ਉਸਨੇ ਘਰੋਂ ਕੱਢ ਦਿੱਤਾ। ਫਿਰ ਉਹ ਸਬਜ਼ ਪਰੀ ਦੇ ਨਾਲ ਖੁਸ਼ੀ ਖੁਸ਼ੀ ਰਹਿਣ ਲੱਗਿਆ। ਸੋ ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਪਰੀ ਕਥਾ ਹੈ। ਸਬਜ਼ ਪਰੀ ਦੀ ਕਥਾ ਤੋਂ ਨਾਇਕ ਨਾਇਕਾ ਦੇ ਆਪਸੀ ਪਿਆਰ ਦੀ ਗੱਲ, ਦੋਨਾਂ ਦੇ ਆਪਸੀ ਵਿਸ਼ਵਾਸ ਦੀ ਗੱਲ, ਦੁਨੀਆਦਾਰੀ ਦੀ ਗੱਲ ਅਤੇ ਪਿਆਰ ਨੂੰ ਨਾ ਜਰਨ ਦੀ ਗੱਲ, ਧੋਖਾ ਦੇਣ ਵਾਲਿਆਂ ਦੇ ਨਾਸ ਦੀ ਗੱਲ ਅਤੇ ਅੰਤ ਵਿੱਚ ਸੱਚੇ ਪ੍ਰੇਮੀਆਂ ਦੇ ਮਿਲਣ ਦੀ ਗੱਲ ਸਾਨੂੰ ਮਿਲਦੀ ਹੈ।